ਹਿਮਾਚਲ ਪੰਜਾਬ ਦੇ ਨਾਲ ਸਭ ਤੋਂ ਨੇੜਲਾ ਜਿਹੜਾ ਟੂਰਿਸਟ ਪਲੇਸ ਹੈ ਉਸ ਨੂੰ ਹਿਮਾਚਲ ਨੂੰ ਹੀ ਮੰਨਿਆ ਜਾ ਸਕਦਾ ਹੈ। ਲੇਕਿਨ ਇਸ ਵਾਰ ਹਿਮਾਚਲ ਦੇ ਵਿੱਚ ਕੁਝ ਅਜਿਹਾ ਹੋਇਆ ਕਿ ਪੰਜਾਬ ਤੇ ਇਲਜ਼ਾਮ ਆ ਗਿਆ ਕਿ ਪੰਜਾਬ ਦੇ ਜਿਹੜੇ ਟੂਰਿਸਟ ਹੈਗੇ ਆ ਉੱਥੇ ਜਾ ਕੇ ਲੜਾਈ ਝਗੜਾ ਕਰਦੇ ਨੇ। ਅੱਜ ਦਾ ਮੁੱਦਾ ਪ੍ਰੋਗਰਾਮ ਦੇ ਵਿੱਚ ਮੈਂ ਵਿਨੇ ਰਾਣਾ ਇਹੀ ਮੁੱਦਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ। ਤਾਂ ਮੇਰੇ ਨਾਲ ਮੇਰੇ ਸਹਿਯੋਗੀ ਤੇਜਿੰਦਰ ਸਿੰਘ ਅਟਵਾਲ ਹਰ ਵਾਰ ਦੇ ਵਾਂਗ ਅੱਜ ਵੀ ਮੇਰੇ ਨਾਲ ਜੁੜੇ ਹੋਏ ਨੇ। ਤਾਂ ਅਸੀਂ ਇਸ ਤੇ ਚਰਚਾ ਕਰਾਂਗੇ ਕਿ ਪੰਜਾਬੀਆਂ ਤੇ ਇਹ ਇਲਜ਼ਾਮ ਕਿਉਂ, ਜਦ ਕਿ ਟੂਰਿਸਟ ਪਲੇਸ ਹੈ, ਹੋਰ ਕਈ ਥਾਵਾਂ ਤੇ ਲੋਕ ਉੱਥੇ ਆਉਂਦੇ ਨੇ, ਕਿ ਪੰਜਾਬੀ ਹੀ ਕਿਉਂ ਜਾ ਕੇ ਉੱਥੇ ਝਗੜਾ ਕਰਦੇ ਨੇ। ਕਿਉਂਕਿ ਪਿਛਲੇ 2 ਮਹੀਨਿਆਂ ਦੇ ਵਿੱਚ 3-4 ਵੱਡੀਆਂ ਵਾਰਦਾਤਾਂ ਜਿਹੜੀਆਂ ਉਹ ਹਿਮਾਚਲ ਦੇ ਵਿੱਚ ਹੋਈਆਂ। ਅੱਜ ਇਸੇ ਤੇ ਚਰਚਾ ਕਰਾਂਗੇ। ਹਾਂਜੀ ਤੇਜਿੰਦਰ ਜੀ, ਜਿਹੜਾ ਕੱਲ ਪਰਸੋਂ ਐਤਵਾਰ ਦੀ ਰਾਤ ਨੂੰ ਜਿਹੜਾ ਮਨੀਕਰਨ ਸਾਹਿਬ ਦੇ ਵਿੱਚ ਹੋਇਆ, ਤੁਸੀਂ ਇਸ ਘਟਨਾ ਨੂੰ ਕਿਵੇਂ ਦੇਖਦੇ ਹੋ? देखो जी, जी मनीकरण च घटना हुई है, ये हुई है रात के 12 बजे जी। 12 वजे जो माहौल खराब होया। बाकी जी खबर सूत्रों के मुताबिक आ रही हैगी आ, ਆਪਾਂ ਇਸ ਗੱਲ ਦੀ दैनिक सवेरा पुष्टि नहीं करता, बट जो सूत्रों के हवाले तो खबर आ रही है ਉਹਦੇ ਹਿਸਾਬ ਨਾਲ ਹੈਗਾ ਕਿ ਗੁਰਦੁਆਰੇ ਤੇ ਹਮਲਾ ਹੋਇਆ। ਤਾਂ ਉਹਦੇ ਹਮਲੇ ਦੇ ਜਵਾਬ ਵਿੱਚ ਜਿਹੜੇ ਉੱਥੇ ਨੌਜਵਾਨ ਜਾਂ ਜਿਹੜੀ ਸੰਗਤਾਂ ਉੱਥੇ ਪਹੁੰਚੀਆਂ ਸੀ ਉਹਨਾਂ ਨੇ ਪੱਥਰ ਬਰਸਾਏ ਆ। ਤਾਂ ਅਸੀਂ ਦੋਨੋਂ ਗੱਲਾਂ ਦੀ ਹੀ ਨਿੰਦਾ ਕਰਦੇ ਹਾਂ। ਤਾਂ ਜਿਨ੍ਹਾਂ ਨੇ ਉੱਧਰ ਵੀ ਕੀਤੀ ਹੈਗੀ, ਤਾਂ ਜਿਹੜਾ ਇਹਨਾਂ ਵੱਲੋਂ ਵੀ ਹੋਇਆ। ਤਾਂ ਤੀਸਰੀ ਗੱਲ ਅਸੀਂ ਇਹ 'ਚ ਕਰਾਂਗੇ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਹੈਗਾ ਉਹ ਕਿੱਥੇ ਸੀ, ਕੀ ਕਰ ਰਿਹਾ ਸੀ। ਤੇ ਇਹ ਸਾਰੀ ਗੱਲਾਂ ਅੱਜ ਦਾ ਵਿਸ਼ਾ ਹੈਗਾ, ਤਾਂ ਇੱਥੇ ਆਪਾਂ ਚਰਚਾ ਕਰ ਰਹੇ ਹਾਂ। ਐਕਚੁਅਲੀ ਐਤਕੀ ਲੜਾਈ ਹੋਈ ਹੈ ਮੇਲੇ ਦੇ ਵਿੱਚ। ਮੇਲਾ ਹਰ ਸਾਲ ਆਉਂਦਾ, ਲੇਕਿਨ ਕਦੀ ਅਜਿਹੀ ਕੋਈ ਘਟਨਾ ਸਾਹਮਣੇ ਆਈ ਨਹੀਂ। ਅਕਸਰ ਹੁੰਦਾ ਕੀ ਹੈ ਕਿ ਜਦੋਂ ਬਰਫ਼ਬਾਰੀ ਦਾ ਮੌਸਮ ਹੁੰਦਾ, ਮੈਂ ਜਦੋਂ ਝਗੜੇ ਹੁੰਦੇ ਦੇਖੇ ਆ, ਉਦੋਂ ਇਹ ਹੈ ਕਿ ਬਰਫ਼ਬਾਰੀ ਦੇ ਮੌਸਮ ਦੇ ਵਿੱਚ ਲੋਕੀ ਜਿੱਥੇ ਬਰਫ਼ ਪੈਂਦੀ ਉਹਨਾਂ ਨੂੰ ਮਿਲਦੀ ਆ, ਗੱਡੀ ਲਗਾ ਕੇ ਸਾਈਡ ਤੇ ਇੰਜੋਏ ਕਰਨ ਲੱਗ ਪੈਂਦੇ ਨੇ, ਫੋਟੋਆਂ ਖਿੱਚਣ ਲੱਗ ਪੈਂਦੇ ਨੇ। ਉਹਦੇ ਨਾਲ ਕੀ ਹੁੰਦਾ ਕਿ ਪਿਛਲਾ ਟ੍ਰੈਫਿਕ ਜਾਮ ਹੋ ਜਾਂਦਾ। ਕਈ ਵਾਰੀ ਜਿਹੜਾ ਉਸ ਦੇ ਪਿੱਛੇ ਕੋਈ ਆ ਰਿਹਾ ਹੁੰਦਾ, ਕੋਈ ਵਾਹਨ ਆ ਰਿਹਾ ਹੁੰਦਾ, ਉਹਦੇ ਵਿੱਚ ਜਿਹੜੀਆਂ ਵੀ ਸਵਾਰੀਆਂ ਹੈਗੀਆਂ, ਹੋ ਸਕਦਾ ਕਿ ਉਹ ਟੂਰਿਸਟ ਨਾ ਹੋਣ, ਉਹ ਕਿਤੇ ਕੰਮ ਜਾ ਰਹੇ ਹੋਣ ਔਰ ਉਹ ਫਸ ਗਏ ਹੋਣ ਉਸ ਭੀੜ ਦੇ ਵਿੱਚ। ਤਾਂ ਅਕਸਰ ਤੈਸ਼ ਦੇ ਵਿੱਚ ਉਦੋਂ ਉਹ ਲੋਕ ਆਉਂਦੇ ਨੇ ਤਾਂ ਝਗੜੇ ਦਾ ਮਾਹੌਲ ਬਣ ਜਾਂਦਾ। ਇਹ ਜਿਹੜੀ ਘਟਨਾ ਹੋਈ ਹੈ ਇਹਦੇ 'ਚ ਵੀ ਇੱਦਾਂ ਹੀ ਹੋਇਆ। ਜਿਹੜੇ ਰਾਤ ਨੂੰ 12 ਵਜੇ ਜੋ ਹੋਇਆ ਉਹ ਹੋਇਆ ਪਥਰਾ। ਅਤੇ ਜਿਹੜੀ ਵੀਡੀਓ ਵਾਇਰਲ ਹੋਈ ਹੈ ਉਹ ਦਿਨ ਵੇਲੇ ਦੀ ਹੈ, ਜਦੋਂ ਇੱਕ ਕਾਰ ਦੇ ਵਿੱਚ, ਕਾਰ 'ਚ ਬੈਠੇ ਬੰਦੇ ਨੇ ਹੀ ਬਣਾਈ ਹੈ ਔਰ ਕਾਰ ਦੇ ਅਗਲੀ ਸੀਟ 'ਤੇ ਬੈਠੇ ਬੰਦੇ ਨੂੰ ਖਿੱਚ ਧੂ ਕਰ ਰਿਹਾ ਕੋਈ ਮੁੰਡਾ, ਬਾਹਰ ਖਿੱਚਣ ਦੀ ਕੋਸ਼ਿਸ਼ ਕਰ ਰਿਹਾ। ਉਸ ਤੋਂ ਬਾਅਦ ਉਸੇ ਰਾਤ ਨੂੰ ਜਿਹੜੀ ਹੈ ਉਹ ਪਥਰਾ ਹੋਇਆ। ਦੇਖੋ ਜੀ, ਇਹ ਗੱਲਾਂ ਜੇ ਆਪਾਂ ਕਰੀਏ ਤਾਂ ਮੈਂ ਰੀਸੈਂਟਲੀ ਮੇਰੇ ਨਾਲ ਵੀ ਇਦਾਂ ਹੀ ਕੁਝ ਹੋਇਆ ਸੀ। ਮੈਂ ਉਸ ਗੱਲ ਦੀ ਚਰਚਾ ਕਰੂੰਗਾ, ਬਟ ਜਗ੍ਹਾ ਦਾ ਨਾਮ ਤਾਂ ਆਪਾਂ ਕਿਸੇ ਦਾ ਨਾਮ ਨਹੀਂ ਲੈਂਦੇ, ਬਟ ਮੈਂ ਸਿਰਫ ਉਹ ਘਟਨਾ ਤੁਹਾਨੂੰ ਦੱਸਣਾ ਚਾਹੂੰਗਾ। ਮੈਂ ਗੱਡੀ ਤੇ ਜਾ ਰਿਹਾ ਸੀਗਾ, ਮੇਰੇ ਅੱਗੇ ਇੱਕ ਮੋਟਰਸਾਈਕਲ ਵਾਲਾ ਆਇਆ। ਉਹ ਮੋਟਰਸਾਈਕਲ ਤੇ ਆ ਕੇ ਭੰਗੜਾ ਪਾਉਣਾ ਸ਼ੁਰੂ ਕਰ ਲਿਆ। ਤਾਂ ਉਹਨੂੰ ਮੋਟਰਸਾਈਕਲ ਵੀ ਸਲੋ ਕਰ ਲਿਆ, ਮੈਂ ਗੱਡੀ ਸਲੋ ਕਰ ਲਈ। ਥੋੜ੍ਹੀ ਦੇਰ ਉਹ ਕਰਦਾ ਰਿਹਾ, ਮੈਂ ਦੇਖਦਾ ਰਿਹਾ। ਫਿਰ ਜਾਮ ਲੱਗਿਆ ਹੋਇਆ ਸੀ, ਉਹ ਉੱਥੋਂ ਨਿਕਲ ਗਿਆ। ਉਹਦੇ ਅਗਲਾ ਸਿਗਨਲ ਸੀ, ਜਦੋਂ ਫੇਰ ਗਏ ਉਹ ਫੇਰ ਦੁਬਾਰਾ ਮੋਟਰਸਾਈਕਲ ਲੈ ਕੇ ਆ ਕੇ ਉਹਨੂੰ ਖੜਾ ਕਰ ਲਿਆ। ਮੇਰੇ ਪਿੱਛੇ ਇੱਕ ਗੱਡੀ ਸੀ, ਮੈਂ ਫਿਰ ਗੱਡੀ ਸਲੋ ਕਰ ਲਈ। ਉਹ ਦੂਸਰੀ ਗੱਡੀ ਮੇਰੇ ਤੋਂ ਓਵਰਟੇਕ ਕਰਕੇ ਅੱਗੇ ਚੱਲ ਗਈ। ਉਹ ਬੰਦਾ ਉਸ ਗੱਡੀ ਦੇ ਅੱਗੇ ਆ ਕੇ ਫਿਰ ਮੋਟਰਸਾਈਕਲ ਖੜਾ ਕਰਕੇ ਉਹਨੂੰ ਚੰਗਾ 2 ਮਿੰਟ ਆਪਣੇ ਭੰਗੜੇ ਪਾਏ। ਉਹ ਗੱਡੀ ਵੀ ਉੱਥੇ ਖੜੀ ਰਹੀ, ਮੈਂ ਵੀ ਉਹਦੇ ਪਿੱਛੇ ਸੀਗਾ। ਮੈਂ ਤਾਂ ਉਹ ਚੱਲ ਆਲਰੇਡੀ ਉਹਨੂੰ ਦੇਖਿਆ ਸੀਗਾ। ਤਾਂ ਅਸੀਂ ਵੀ ਪੇਸ਼ੈਂਟਸ ਨਾਲ ਬੈਠੇ ਸੀ। ਉਹਨੇ ਆਪਣੀ ਪੂਰੀ ਤਸੱਲੀ ਕੀਤੀ। ਜਦੋਂ ਉਹਦਾ ਜੀਅ ਭਰ ਗਿਆ ਤਾਂ ਉਹ ਮੋਟਰਸਾਈਕਲ ਸਟਾਰਟ ਕੀਤੀ, ਫਿਰ ਕਹਿੰਦਾ ਤੁਸੀਂ ਜਾਓ। ਤਾਂ ਇੱਦਾਂ ਚੀਜ਼ਾਂ ਇਹ ਸਾਡੇ ਇੱਥੇ ਲੋਕਲ ਵੀ ਹੋ ਰਹੀਆਂ। ਤਾਂ ਹਾਈਵੇ 'ਤੇ ਜਾਂ ਜਿੱਥੇ ਟੂਰਿਸਟ ਹੈਗੀ ਆ, ਲੋਕ ਇੱਦਾਂ ਦੇ ਕੰਮ ਕਰਦੇ ਰਹਿੰਦੇ ਆ। ਬਟ ਉਸ ਲਈ ਕਈ ਵਾਰ ਤੱਕ ਉਹ ਜਿਹੜਾ ਸਾਹਮਣੇ ਵਾਲਾ ਜਿਹੜਾ ਬੰਦਾ ਹੈਗਾ ਉਸ ਚੀਜ਼ ਨੂੰ ਬਰਦਾਸ਼ਤ ਕਰਦਾ ਜਾਂ ਨਹੀਂ ਕਰਦਾ, ਜਾਂ ਉਹਦਾ ਟੈਂਪਰ ਉਸ ਲਈ ਉਹ ਲੂਜ਼ ਕਰ ਲੈਂਦਾ। ਤਾਂ ਘਟਨਾਵਾਂ ਦੇਖੋ, ਹੁਣ ਜੇ ਵਧਣੀ ਹੈਗੀ ਤਾਂ ਅਸੀਂ ਵੀ ਵਧਾ ਸਕਦੇ ਸੀ। ਸਾਡੇ ਅੱਗੇ ਹੁਣ ਤੁਸੀਂ ਜਾ ਰਹੇ, ਤੁਹਾਡੇ ਅੱਗੇ ਕੋਈ ਮੋਟਰਸਾਈਕਲ ਖੜਾ ਕਰਕੇ ਭੰਗੜਾ ਪਾ ਲਵੇ, ਤੁਸੀਂ ਕਿਤੇ ਜਾਣਾ ਆ, ਤੁਸੀਂ ਕਹੋਗੇ ਯਾਰ ਮੈਨੂੰ ਤਾਂ ਗੁੱਸਾ ਆ ਰਿਹਾ, ਮੈਂ ਇਹਦੇ ਕਰਕੇ ਕਿਉਂ ਵੇਟ ਕਰਾਂ ਇਹਦੀ ਬਦਤਮੀਜੀ। ਤਾਂ ਉਹ ਉਸ ਲਈ ਲੜਾਈ ਝਗੜਾ ਹੋਣ ਨੂੰ ਵੀ 2 ਮਿੰਟ ਲੱਗਦੇ। ਜੇ ਤੁਸੀਂ ਕੁਝ ਰਿਐਕਸ਼ਨ ਨਹੀਂ ਕਰ ਰਹੇ ਆ, ਜ਼ਿਆਦਾ 5 ਮਿੰਟ ਅਗਲਾ ਖੜਾ ਹੋਊਗਾ, ਪਿੱਛੇ ਤੁਹਾਡੇ ਹੋਰ ਵੀ ਜਨਤਾ ਖੜੀ ਹੈ, ਲੋਕਾਂ ਨੇ ਦੇਖਣਾ, ਆਪਣੇ ਆਪ ਕੋਈ ਨਾ ਕੋਈ ਕੁਝ ਕਹੂਗੇ, ਉਹ ਮਾਹੌਲ ਆਪਣੇ ਆਪ ਕੁਝ ਟਾਈਮ ਬਾਅਦ ਠੀਕ ਵੀ ਹੋ ਜਾਊਗਾ। ਇਹ ਹੁਣ ਤੁਹਾਡੇ ਉੱਤੇ ਡਿਪੈਂਡ ਕਰਦਾ ਕਿ ਉਸ ਚੀਜ਼ ਨੂੰ, ਮਾਹੌਲ ਨੂੰ ਕਿੰਨਾ ਵਿਗਾੜਨਾ ਹੈਗਾ ਜਾਂ ਕਿੰਨਾ ਸਹੀ ਕਰਨਾ ਹੈਗਾ। ਪਰ ਇਸ ਵਾਰ ਜਿਹੜਾ ਹੋਇਆ ਨਾ, ਇਸ ਵਾਰ ਜਿਹੜੀ ਰਾਤ ਨੂੰ ਪਥਰਾ ਹੋਇਆ, ਸੜਕ ਕੰਢੇ ਖੜੀਆਂ ਜਿਹੜੀਆਂ ਗੱਡੀਆਂ ਉਹਨਾਂ ਦੇ ਸ਼ੀਸ਼ੇ ਤੋੜ ਦਿੱਤੇ ਗਏ, ਉਹਨਾਂ ਨੂੰ ਚਿੱਬ ਪਾ ਦਿੱਤੇ ਗਏ। ਇੱਦਾਂ ਦੀ ਘਟਨਾ ਜਿਹਦੇ ਪਹਿਲਾਂ ਕਦੀ ਹੋਇਆ ਨਹੀਂ। ਹੁਣ ਇਹ ਅਜਿਹਾ ਤਾਂ ਕਈ ਵਾਰੀ ਸੁਣਨ ਨੂੰ ਮਿਲਿਆ ਕਿ ਟੂਰਿਸਟ ਹੀ ਗਏ ਹੋਏ ਆ ਉੱਥੇ, ਤੇ ਟੂਰਿਸਟ ਹੀ ਆਪਸ 'ਚ ਭਿੜ ਗਏ। ਕਿਉਂਕਿ ਅਕਸਰ ਜਦੋਂ ਟੂਰ ਤੇ ਬੰਦਾ ਜਾਂਦਾ ਹੈ ਜਾਂ ਘੁੰਮਣ ਜਾਂਦਾ, ਜਿਹੜਾ ਹਿਮਾਚਲ ਦੀ ਜਗ੍ਹਾ ਇੱਦਾਂ ਨਹੀਂ ਹੈਗਾ ਕਿ ਇਕੱਲਾ ਇੱਥੋਂ ਪੰਜਾਬ ਤੋਂ ਜਾਂਦਾ। ਇੱਥੇ ਦਿੱਲੀ, ਚੰਡੀਗੜ੍ਹ, ਹੋਰ ਵੀ ਛੱਤੀਸਗੜ੍ਹ ਜਿਹੜੇ ਲਾਗੇ, ਰਾਜਸਥਾਨ ਹੈਗੇ ਆ, ਸਾਰਿਆਂ ਨੂੰ ਲਾਗੇ ਪੈਂਦਾ। ਦੇਖੋ ਅੱਜ ਦੀ ਡੇਟ ਵਿੱਚ ਨੈਸ਼ਨਲ ਹਾਈਵੇ ਇੰਨਾ
ਫਾਸਟ ਹੋ ਗਿਆ ਹੈਗਾ, ਸੜਕਾਂ ਇੰਨੀਆਂ ਵਧੀਆ ਹੋ ਗਈਆਂ, ਦਿੱਲੀ ਤੋਂ ਇੱਥੇ ਆਉਣ ਨੂੰ ਤੁਹਾਨੂੰ 5-6 ਘੰਟੇ 'ਚ ਬੰਦਾ ਪਹੁੰਚ ਜਾਂਦਾ। ਤਾਂ ਰਸਤਾ ਤਾਂ ਕੋਈ ਮੈਟਰ ਹੀ ਨਹੀਂ ਕਰਦਾ ਕਿ ਬੰਦਾ ਕੌਣ ਕਿੱਥੋਂ ਆ ਰਿਹਾ, ਤਾਂ ਹਰ ਜਗ੍ਹਾ ਤੋਂ ਨੀਅਰ ਪਲੇਸ ਜਿੰਨੇ ਵੀ ਨਾਰਥ ਇੰਡੀਆ ਹੈਗੇ ਲੋਕੀ ਘੁੰਮਣ ਫਿਰਨ ਤੁਰ ਹੀ ਰਹਿੰਦੇ ਆ। ਤਾਂ ਉੱਥੇ ਜਦੋਂ ਕਲਚਰ ਡਿਫਰੈਂਸ ਵੀ ਆ ਜਾਂਦਾ ਹੈਗਾ, ਔਰ ਹਰ ਬੰਦਾ ਜਦੋਂ ਕਿਤੇ ਜਾਂਦਾ ਹੈ ਉਹ ਆਪਣੇ ਇੱਕ ਟਸ਼ਨ 'ਚ ਜ਼ਰੂਰ ਰਹਿੰਦਾ ਹੈਗਾ। ਉਹ ਕਹਿੰਦਾ ਜੋ ਮੈਂ ਕਰ ਰਿਹਾ ਉਹ ਸਹੀ ਹੈ, ਮੈਨੂੰ ਕੋਈ ਰੋਕੇ ਨਾ, ਮੈਨੂੰ ਕੋਈ ਟੋਕੇ ਨਾ। ਹੁਣ ਜੇ ਕੋਈ ਕਿਸੇ ਨੇ ਕਿਸੇ ਦੇ ਸਾਹਮਣੇ ਕਹਿਤਾ ਕਿ ਭਾਜੀ ਹੁਣ ਦੇਖੋ ਵਿੱਚ ਇੱਕ ਇੱਦਾਂ ਦੀ ਵੀ ਘਟਨਾ ਆਈ ਸੀ ਕਿ ਬਰਫ਼ਬਾਰੀ ਹੋਈ ਆ, ਗੱਡੀਆਂ ਲੈ ਕੇ ਖੜੇ ਹੋ ਗਏ, ਵਿੱਚ ਭੰਗੜਾ ਪਾ ਰਹੇ, ਡਾਂਸ ਕਰ ਰਿਹਾ, ਲੋਕਾਂ ਨੇ ਉਹਨੂੰ ਜਦੋਂ ਮਨਾ ਕੀਤਾ ਤਾਂ ਉਹਦੇ ਨਾਲ ਉਹਨਾਂ ਨੇ ਝਗੜਾ ਕਰ ਲਿਆ, ਤੋੜ-ਫੋੜ, ਇਹ ਗੱਲਾਂ ਹੋਈਆਂ ਤਾਂ ਇਹ ਹੋ ਵੀ ਰਹੀਆਂ। ਤਾਂ ਲੋਕਾਂ ਨੂੰ ਇੱਕ ਸ਼ੌਕ ਚੜਿਆ ਹੋਇਆ, ਹਰ ਜਗ੍ਹਾ ਤੇ ਇੱਕ ਸੈਲਫੀ ਲੈਣ ਦਾ ਵੀ ਬਹੁਤ ਭੂਤ ਸਵਾਰ ਆ। ਉੱਥੇ ਚਾਹੇ ਮੇਨ ਰੋਡ ਹੈਗੇ ਕਿਤੇ ਵੀ ਖੜੇ ਹੋ ਕੇ ਅਗਲੇ ਲੈਣਾ ਸ਼ੁਰੂ ਕਰ ਦਿੰਦੇ, ਕੋਈ ਆ ਰਿਹਾ ਜਾ ਰਿਹਾ, ਜਾਂ ਕਿਸੇ ਨੇ ਵਿੱਚ ਦੇਖੋ ਇਹਦੇ ਵਿੱਚ ਜਿਹੜੀ ਹੁਣ ਸ਼ਰਾਬ ਐਲੀਮੈਂਟ ਹੈਗੀ ਆ, ਉਹ ਜਦੋਂ ਡਰਿੰਕ ਕੀਤੀ ਹੁੰਦੀ ਉਹ ਬੰਦੇ ਦਾ ਦੂਸਰੇ ਲੈਵਲ ਤੇ ਬੰਦਾ ਪਹੁੰਚਿਆ ਹੁੰਦਾ, ਉਸ ਲਈ ਉਹਨੂੰ ਪਤਾ ਹੀ ਨਹੀਂ ਚੱਲਦਾ ਮੈਂ ਕੀ ਕਰ ਰਿਹਾ, ਜਾਂ ਸਹੀ ਹੈ ਜਾਂ ਗਲਤ ਆ। ਉਸ ਲਈ ਉਹਨੂੰ ਲੱਗਦਾ ਜੋ ਮੈਂ ਕਰ ਰਿਹਾ ਉਹ ਸਹੀ ਆ, ਤਾਂ ਉਹਦੇ ਵਿੱਚ ਮੇਰੇ ਸਾਹਮਣੇ ਜਿਹੜਾ ਆ ਗਿਆ ਤਾਂ ਉਹ ਫਿਰ ਭਿੜਨ ਵਾਲਾ ਹੀ ਕੰਮ ਹੋ ਜਾਂਦਾ ਇਹਨਾਂ ਦੇ। ਇਸ ਘਟਨਾ ਦੇ ਵਿੱਚ ਜਿਹੜੀ ਵੀਡੀਓ ਵਾਇਰਲ ਹੋਈ ਹੈ, 21 ਸੈਕਿੰਡ ਦੇ ਕਰੀਬ ਦੀ ਵੀਡੀਓ ਵਾਇਰਲ ਹੈ, ਤੁਸੀਂ ਦੇਖਿਆ ਹੋਣਾ ਕਿ ਕਾਰ ਦੇ ਅੰਦਰੋਂ ਉਹ ਸ਼ਾਟ ਲਏ ਹੋਏ ਹੈ ਤੇ ਇੱਕ ਵਿਅਕਤੀ ਜਿਹੜਾ ਡਰਾਈਵਰ ਦੇ ਨਾਲ ਵਾਲੀ ਸੀਟ ਤੇ ਬੈਠਾ ਹੈ, ਉਹਨੂੰ ਇੱਕ ਬਾਹਰ ਖੜਾ ਮੁੰਡਾ ਜਿਹੜਾ ਹੈ ਉਹ ਖਿੱਚਤੂ ਉਹਦੇ ਨਾਲ ਕਰ ਰਿਹਾ। ਹਾਲਾਂਕਿ ਜਿਹੜੀ ਉੱਥੇ ਦੀ ਪੁਲਿਸ ਹੈਗੀ ਆ ਉਹਨਾਂ ਨੇ ਇਹ ਕਿਹਾ ਕਿ ਇਹ ਘਟਨਾ ਕੋਈ ਇਹ ਨਹੀਂ ਹੈਗਾ ਕਿ ਹਿਮਾਚਲ ਦੇ ਲੋਕਾਂ ਨੇ ਜਾਂ ਪੰਜਾਬ ਦੇ ਜੋ ਵੀ ਟੂਰਿਸਟ ਆਏ ਹੁਣ ਕਿਤੋਂ ਵੀ ਉਹ ਆਪਸ 'ਚ ਭਿੜੇ, ਅਜਿਹਾ ਨਹੀਂ ਕੁਛ ਹੈਗਾ। ਉਹ ਕਹਿੰਦੇ ਦੋ ਗੋਟੀ ਭਿੜੇ ਆਪਸ, ਦੋ ਗੁੱਟ ਮੀਨ ਕੇ ਮਤਲਬ ਉਹ ਵੀ ਟੂਰਿਸਟ ਸੀਗੇ ਤੇ ਉਹ ਵੀ ਟੂਰਿਸਟ ਸੀਗੇ, ਇਹ ਪੁਲਿਸ ਦਾ ਕਹਿਣਾ ਹੈ। ਜਿਹੜੀ ਐਸਪੀ ਹੈਗੀ ਹੈ ਉਹਦੇ ਸਾਕਸ਼ੀ ਵਰਮਾ ਜਿਹੜੇ, ਉਹਨੇ ਕਿਹਾ ਕਿ ਦੋ ਗੁੱਟ ਭਿੜੇ ਹੈ ਔਰ ਕੁਛ ਲੋਕਾਂ ਨੇ ਸਾਨੂੰ ਸ਼ਿਕਾਇਤ ਕੀਤੀ ਤਾਂ ਅਸੀਂ 4 ਲੋਕਾਂ ਤੇ ਪਰਚਾ ਦਰਜ ਕਰ ਲਿਆ, ਮੇਰੇ ਖਿਆਲ ਗ੍ਰਿਫਤਾਰੀ ਵੀ ਸ਼ਾਇਦ ਉਹਨਾਂ ਦੀ ਹੋ ਗਈ ਹੈ। ਲੇਕਿਨ ਇਹ ਬਹੁਤ ਵੱਡੀ ਮੰਦਭਾਗੀ ਆਪਾਂ ਘਟਨਾ ਗਿਣਾਂਗੇ, ਵੱਡੀ ਦਾ ਕੀ ਮੰਦਭਾਗੀ ਘਟਨਾ ਗਿਣਾਂਗੇ ਕਿ ਮਨੀਕਰਨ ਸਾਹਿਬ ਜਾ ਕੇ ਤੁਸੀਂ ਉਸ ਮੇਲੇ 'ਚ ਗਏ ਹੋ, ਇੱਕ ਧਾਰਮਿਕ ਉਹ ਸਮਾਗਮ ਹੈ, ਔਰ ਉੱਥੇ ਜਾ ਕੇ ਜੇ ਆਪਾਂ ਹੁੜਦੰਗ ਕਰਦੇ ਹਾਂ ਉਹ ਆਪਣੇ ਆਪ 'ਚ ਗਲਤ ਹੈ। ਉਹ ਆਪਣੇ ਆਪ 'ਚ ਇੱਕ ਹੁਣ ਤੁਸੀਂ ਦੇਖੋ ਕਿ ਜਿਹੜਾ ਮੇਲਾ ਚੱਲ ਰਿਹਾ ਵਾ ਅਨੰਦਪੁਰ ਸਾਹਿਬ ਦੇ ਵਿੱਚ, ਅਨੰਦਪੁਰ ਸਾਹਿਬ ਦੇ ਮੇਲੇ ਦੇ ਵਿੱਚ ਜਿੰਨੀ ਜਨਤਾ ਇਹਨਾਂ ਮੇਲਿਆਂ ਤੇ ਆਉਂਦੀ ਹੈ, ਫਤਿਹਗੜ੍ਹ ਸਾਹਿਬ ਤੇ ਅਨੰਦਪੁਰ ਸਾਹਿਬ ਦੇ ਮੇਲਿਆਂ ਤੇ ਜਿੰਨੀ ਜਨਤਾ ਆਉਂਦੀ, ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਕਿਸੇ ਹੋਰ ਮੇਲੇ 'ਚ ਜਿਹੜਾ ਹੋਲਾ ਮੁਹੱਲਾ ਐਤਕੀ ਜਿਹੜੇ ਦੱਸ ਰਹੇ ਸੀ ਕਿ 40 ਲੱਖ ਦੇ ਕਰੀਬ ਉੱਥੇ ਪਹੁੰਚ ਰਿਹਾ। 40 ਲੱਖ ਕੋਈ ਛੋਟਾ ਮੋਟਾ ਘੱਟ ਨਹੀਂ ਹੁੰਦਾ, ਬਹੁਤ ਤਗੜਾ ਹੁੰਦਾ, ਬਟ ਉੱਥੇ ਕਦੀ ਵੀ ਇਦਾਂ ਦਾ ਮਾਹੌਲ ਤੁਹਾਨੂੰ ਦੇਖਣ ਨੂੰ ਨਹੀਂ ਮਿਲਿਆ। ਬਸ ਇਹੀ ਮੈਂ ਕਹਿਣਾ ਚਾਹੁੰਦਾ ਸੀਗਾ ਕਿ ਜਦ ਕਿ ਜੇ ਪੰਜਾਬੀ ਮੰਨ ਲਓ ਜੇ ਪੰਜਾਬੀ ਕਿਤੇ ਹੋਰ ਜਾ ਕੇ ਭਿੜਦੇ ਨੇ, ਕਹਿੰਦੇ ਕਿ ਪੰਜਾਬੀਆਂ ਨੇ ਪੰਜਾਬੀ ਭਿੜੇ ਜੀ, ਪੰਜਾਬੀ ਭਿੜੇ ਹੈ, ਤੇ ਪੰਜਾਬੀ ਇਹ ਤਾਂ ਪੰਜਾਬ 'ਚ ਹੀ ਹੈ, ਫਿਰ ਇੱਥੇ ਪੁਲਿਸ ਵੀ ਪੰਜਾਬ ਦੀ ਹੈ, ਸਭ ਕੁਝ ਪੰਜਾਬ ਦਾ, ਇੱਥੇ ਕਿਉਂ ਨਹੀਂ ਭਿੜਦੇ ਫਿਰ? ਜਦ ਕਿ ਇੰਨਾ ਜ਼ਿਆਦਾ ਇਕੱਠ ਹੁੰਦਾ, ਮਤਲਬ ਹੀ ਨਹੀਂ, ਉੱਥੇ ਗੱਡੀਆਂ ਵੀ ਤੱਕ ਅੰਦਰ ਨਹੀਂ ਜਾ ਪਾਉਂਦੀਆਂ, ਇੰਨਾ ਜ਼ਿਆਦਾ ਇਕੱਠ ਹੁੰਦਾ। ਇਸ ਦੇ ਬਾਵਜੂਦ ਉੱਥੇ ਬਹੁਤ ਸ਼ਾਂਤੀਪੂਰਵਕ ਬੜਾ ਧਾਰਮਿਕ ਮਾਹੌਲ, ਜਾਪ ਕਰਦੇ ਲੋਕੀ ਚੱਲਦੇ ਹੈ। ਤੇ ਲੇਕਿਨ ਇਹ ਹਿਮਾਚਲ ਜਾ ਕੇ ਚਲੋ ਠੀਕ ਹੈ ਕਿ ਇਹ ਇੱਥੇ ਧਾਰਮਿਕ ਭਾਵਨਾ ਦੇ 100% ਧਾਰਮਿਕ ਭਾਵਨਾ ਨਾਲ ਲੋਕੀ ਆਏ ਹੁੰਦੇ, ਉੱਥੇ ਸਿਰਫ ਘੁੰਮਣ ਦੇ ਨੀਅਤ ਨਾਲ ਵੀ ਜਾਂਦੇ ਨੇ। ਲੇਕਿਨ ਫਿਰ ਵੀ ਜੇ ਕਿਹਾ ਜਾਵੇ ਕਿ ਜੀ ਸਿਰਫ ਗਲਤੀ ਜਿਹੜੇ ਟੂਰਿਸਟ ਗਏ ਸੀਗੇ ਉਹਨਾਂ ਦੀ ਹੀ ਹੋਏਗੀ ਤਾਂ ਇਹ ਮੰਨਣ ਵਾਲੀ ਗੱਲ ਨਹੀਂ ਹੈਗੀ। ਦੇਖੋ ਇਹ 'ਚ ਮੈਂ ਸਮਝਦਾ ਕਿ ਸਰਕਾਰ ਦੇ ਵੀ ਜ਼ਿੰਮੇਵਾਰੀ ਬਣਦੀ ਹੈਗੀ ਆ ਜੀ। ਜੇ ਪ੍ਰਸ਼ਾਸਨ ਦੇ ਕੋਲ ਇੰਨੇ ਸਿਪਾਹੀ ਜਾਂ ਨਹੀਂ ਹੈਗੇ ਤੈਨਾਤ ਕਰਨ ਵਾਸਤੇ, ਤਾਂ ਮੈਂ ਕਹਿੰਦਾ ਅੱਜ ਦੇ ਕੋਲ ਤੁਹਾਡੇ ਕੋਲ ਟੈਕਨੋਲੋਜੀ ਆ ਚੁੱਕੀ ਹੈ, ਤੁਸੀਂ ਕੈਮਰਾ ਕਿਉਂ ਨਹੀਂ ਲਾਉਂਦੇ? CCTV ਕੈਮਰਾ ਤੁਸੀਂ ਜਿੱਥੇ ਤੁਹਾਨੂੰ ਲੱਗਦਾ ਇਹ ਸੈਂਸਿਟਿਵ ਜਗ੍ਹਾ ਹੈਗੀ ਆ, ਇੱਥੇ ਤੁਹਾਡੀ ਪੁਲਿਸ ਫੋਰਸ 24 ਘੰਟੇ ਤੈਨਾਤ ਨਹੀਂ ਰਹਿ ਸਕਦੀ, ਹੋਰ ਇੱਥੇ ਤਾਂ ਮਾਹੌਲ ਹਮੇਸ਼ਾ ਖਰਾਬ ਰਹਿੰਦਾ। ਜੇ ਤੁਹਾਨੂੰ ਲੱਗ ਰਿਹਾ ਪਿਛਲੇ 6 ਮਹੀਨੇ ਜਾਂ ਸਾਲ ਦੇ ਅੰਦਰ, ਤਾਂ ਉਸ ਜਗ੍ਹਾ ਤੁਹਾਡੇ CCTV ਕੈਮਰੇ ਲੱਗਣੇ ਚਾਹੀਦੇ ਆ, ਪੁਲਿਸ ਸਟੇਸ਼ਨ ਰਿਕਾਰਡਿੰਗ 'ਚ ਸਿੱਧੇ ਲਿੰਕ ਹੋਣੇ ਚਾਹੀਦੇ ਆ। ਦੇਖੋ ਉਹ ਆਪਣੀ ਇੱਕ ਤਸੱਲੀ ਕਰਨਾ ਚਾਹੁੰਦੇ ਆ ਕਿ ਕੋਈ ਹਥਿਆਰ ਲੈ ਕੇ ਜਾ ਰਿਹਾ ਜਾਂ ਨਹੀਂ ਜਾ ਰਿਹਾ ਹੈਗਾ, ਬੇਸਿਕ ਚੀਜ਼ਾਂ ਚਲੋ, ਬਟ ਉਹ ਕੋਈ ਇਵੈਂਟ ਕੋਈ ਵੱਡਾ ਹੋਵੇ ਤਾਂ ਫੇਰ ਤਾਂ ਚਲੋ ਸਮਝ ਲੱਗਦਾ ਕਿ ਇਸ ਟਾਈਮ ਤਾਂ ਤੁਹਾਨੂੰ ਸਿਕਿਉਰਿਟੀ ਦੀ ਲੋੜ ਹੈਗੀ। ਜਦ ਕੋਈ ਨਾਰਮਲ ਪ੍ਰੋਗਰਾਮ ਹੈਗਾ ਉਹ 'ਚ ਵੀ ਜੇ ਹਰ ਜਗ੍ਹਾ ਤੁਸੀਂ ਤਲਾਸ਼ੀ ਲੈ ਰਹੇ ਤਾਂ ਇਹ ਗੱਡੀਆਂ ਕੋਈ ਇੰਡੀਆ 'ਚ ਬਾਹਰੋਂ ਪਾਕਿਸਤਾਨ ਤੋਂ ਆਈ ਨਹੀਂ ਹੈਗੀਆਂ, ਇੰਡੀਆ ਵਿੱਚ ਹੀ ਹਰਿਆਣਾ ਤੋਂ ਦਿੱਲੀ ਤੋਂ ਬਾਰਡਰ ਕ੍ਰਾਸ ਕਰਕੇ ਇੱਥੇ ਤੱਕ ਪਹੁੰਚੀਆਂ। ਜੇ ਇੰਨਾ ਖਤਰਾ ਲੱਗਦਾ ਤਾਂ ਦਿੱਲੀ ਪੁਲਿਸ ਕਿਉਂ ਨਹੀਂ ਚੈੱਕ ਕਰਦੀ, ਪੰਜਾਬ ਪੁਲਿਸ ਉਹਨਾਂ ਨੂੰ ਚੈੱਕ ਨਹੀਂ ਕਰਦੀ? ਉਹ ਇਦਾਂ ਥੋੜੀ ਖੁੱਲੇ ਘੁੰਮਣ ਦੇਣਗੇ ਕਿ ਤੁਸੀਂ ਹਥਿਆਰ ਲੈ ਕੇ ਕਿਤੇ ਵੀ ਘੁੰਮੀ ਜਾਓ। ਇੰਨੇ ਤਾਂ ਪਤਾ ਹੀ ਇੰਟੈਲੀਜੈਂਸ ਸਾਰੇ ਪਾਸੇ ਬੈਠੀ ਆ। ਤਾਂ ਇਹ ਹਿਮਾਚਲ 'ਚ ਇੱਦਾਂ ਦੇ ਕਿਹੜੀ ਅਨਸਿਕਿਉਰ ਹੋ ਰਹੇ ਕਿ ਇਹਨਾਂ ਨੂੰ ਇੱਦਾਂ ਦਾ ਮਾਹੌਲ ਲੱਗ ਰਿਹਾ ਹੈਗਾ, ਜਾਂ ਤਾਂ ਉੱਥੇ ਵੀ ਕੁਝ ਇੱਦਾਂ ਦੇ ਮੂਵਮੈਂਟਸ ਦੇ ਬੰਦੇ ਬੈਠੇ ਹੋਏ ਆ ਜਿਹੜੇ ਪ੍ਰੋਵੋਕੇਟਿਵ ਹੈਗੇ ਆ, ਜਿਹੜੇ ਇੱਕ ਦੂਸਰੇ ਨੂੰ ਭੜਕਾ ਰਹੇ ਆ ਕਿ ਇੱਦਾਂ ਦਾ ਮਾਹੌਲ ਖਰਾਬ ਕੀਤਾ ਜਾਏ। ਤਾਂ ਇਹ ਤਾਂ ਅੰਦਰ ਵੀ ਤੁਹਾਨੂੰ ਦੇਖਣਾ ਪੈਣਾ, ਬਾਹਰ ਵੀ ਦੇਖਣਾ ਪੈਣਾ। ਦੇਖੋ ਜੀ ਜਦੋਂ ਉਹਨਾਂ ਨੇ ਗੱਡੀ ਓਵਰਟੇਕ ਕੀਤੀ ਆ ਉਹਦੇ ਬਾਅਦ ਫਿਰ ਤੂੰ ਮੈਂ ਹੋਈ ਆ, ਲੜਾਈਆਂ ਹੋਈਆਂ, ਤਲਵਾਰਾਂ ਚੱਲੀਆਂ ਹੈਗੀਆਂ। ਤਾਂ ਮੈਨੂੰ ਇੱਕ ਚੀਜ਼ ਸਮਝ ਨਹੀਂ ਆਉਂਦੀ, ਜੇ ਕੋਈ ਗੱਡੀ ਤੁਹਾਡੀ ਓਵਰਟੇਕ ਕਰ ਲੈਂਦਾ ਤਾਂ ਕਰ ਲੈਂਦਾ, ਬਟ ਇੱਕ ਚੀਜ਼ ਹੋਰ ਵੀ ਤੁਸੀਂ ਨੋਟ ਕਰੋ, ਜਦੋਂ ਤੁਸੀਂ ਕਦੀ ਡਰਾਈਵ ਕਰ ਰਹੇ ਆ, ਕਈ ਵਾਰ ਤੁਹਾਡੇ ਪਿੱਛੇ ਕੋਈ ਗੱਡੀ ਆਉਂਦੀ ਆ, ਉਹ ਨਿਕਲਣਾ ਹੁੰਦਾ, ਉਹ ਹੌਰਨ ਤੇ ਹੌਰਨ ਵਜਾਈ ਜਾਊਗਾ,
ਜਦ ਤੁਹਾਨੂੰ ਪਤਾ ਇੱਕ ਬੰਦਾ ਇੱਕ ਲਾਈਨ ਤੇ ਲੱਗੇ ਹੋਏ, ਜੇ ਤੁਹਾਨੂੰ ਜ਼ਿਆਦਾ ਜਲਦੀ ਹੈਗੀ ਤਾਂ ਤੁਸੀਂ ਆਪਣਾ ਸਾਈਡ ਕਰਕੇ ਲੈ ਜਾਓ। ਕਿਉਂਕਿ ਦੇਖੋ ਇੰਡੀਆ 'ਚ ਇੱਥੇ ਨਾ ਰੂਲ ਥੋੜੇ ਆਪੋਜ਼ਿਟ ਆ। ਹੁਣ ਤੁਸੀਂ ਅਗਰ ਹਾਈਵੇ ਤੇ ਜਾਂਦੇ ਤਾਂ ਉੱਥੇ ਸਾਫ਼ ਲਿਖਿਆ ਕਿ ਪਹਿਲੀ ਲਾਈਨ ਕਾਰਾਂ ਵਾਸਤੇ ਆ, ਦੂਸਰੀ ਲਾਈਨ ਕਾਰਾਂ ਤਾਂ ਐਸਯੂ ਵਾਸਤੇ ਹੈਗੀ, ਤੀਸਰੀ ਲਾਈਨ ਬੱਸ ਔਰ ਟਰੱਕ ਵਾਸਤੇ ਆ। ਜਦਕਿ ਹਾਈਵੇ ਤੇ ਪਹਿਲੇ ਨੰਬਰ ਤੇ ਬੱਸਾਂ ਚੱਲਦੀਆਂ, ਟਰੱਕਾਂ ਚੱਲਦੀਆਂ, ਤਾਂ ਜਿਹੜੀ ਕਾਰਾਂ ਹੈਗੀ ਉਹ ਤੀਸਰੇ ਨੰਬਰ ਤੇ ਚੱਲਦੀਆਂ। ਆਪੋਜ਼ਿਟ ਆ। ਹੋਰ ਦੂਸਰੀ ਗੱਲ ਆਉਂਦੀ ਹੈ, ਹਾਈਵੇ ਤੇ ਤੁਸੀਂ ਜਾਓਗੇ ਇੱਕ ਟਰੱਕ ਪਹਿਲੇ ਟਰੈਕ ਤੇ ਹੁੰਦਾ, ਦੂਸਰਾ ਦੂਸਰੇ ਤੇ ਹੁੰਦਾ, ਫਿਰ ਤੀਸਰੇ ਤੇ, ਫਿਰ ਚੌਥੇ ਤੇ। ਤਾਂ ਤੁਸੀਂ ਮੰਨੋਗੇ ਕਾਰ ਜਦੋਂ ਅਸੀਂ ਡਰਾਈਵ ਕਰਦੇ ਹੈਗੇ ਆ ਤਾਂ ਉਹ ਸਾਰੇ ਜ਼ਿਗਜ਼ੈਗ ਕਰਕੇ ਹੀ ਚੱਲਦੇ ਹੈਗੇ ਆ। ਤਾਂ ਉਹਨਾਂ ਦਾ ਮਤਲਬ ਤੁਸੀਂ ਕਿਸੇ ਨੂੰ ਸਮਝਾ ਨਹੀਂ ਸਕਦੇ। ਥੋੜੇ ਦਿਨ ਪਹਿਲਾਂ ਇੱਕ ਰਾਜਸਥਾਨ 'ਚ ਵੀ ਵੀਡੀਓ ਆਇਆ ਸੀ, ਜਿਹੜੇ ਟਰੱਕ ਵਾਲੇ ਆਪਣੀ ਲਾਈਨ ਚੇਂਜ ਕਰਕੇ ਦੂਜੇ ਟਰੈਕ ਤੇ ਚੱਲ ਰਹੇ ਸੀ ਤਾਂ ਪੁਲਿਸ ਵਾਲਿਆਂ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਉਹ ਗੱਡੀ ਰੋਕੀ ਨਹੀਂ, ਉਹ ਲੈ ਕੇ ਦੌੜ ਗਏ। ਤਾਂ ਪੁਲਿਸ ਵਾਲਿਆਂ ਨੇ ਫਿਰ ਪਿੱਛਾ ਕਰਕੇ ਉਹਨੂੰ ਗੱਡੀ ਨੂੰ ਰੁਕਵਾਇਆ, ਫਿਰ ਉਹਦਾ ਚਲਾਨ ਕੱਟਿਆ 20,000 ਦਾ। ਉਹਨਾਂ ਨੇ ਦੱਸਿਆ ਕਿ ਕਾਕਾ ਤੁਹਾਡੀ ਜਿਹੜੀ ਲਾਈਨ ਹੈਗੀ ਤੁਸੀਂ ਆਪਣੇ ਲਾਈਨ 'ਤੇ ਡਰਾਈਵ ਕਰਨਾ, ਤੁਹਾਡੀ ਸੇਫਟੀ ਵਾਸਤੇ ਹੈ, ਲੋਕਾਂ ਦੀ ਭਲਾਈ ਵਾਸਤੇ। ਇਹ ਨਹੀਂ ਕਿ ਤੁਸੀਂ ਜਿੱਥੇ ਮਰਜ਼ੀ ਆਪਣੀ, ਹੁਣ ਦੇਖੋ ਫੋਰਨ ਕੰਟਰੀ ਹੈਗੀ ਉੱਥੇ ਲੋਕੀ ਆਪਣੀ ਲਾਈਨ ਟਰੈਕ ਚੇਂਜ ਨਹੀਂ ਕਰਦੇ ਜਿੰਨਾ ਚਿਰ ਟਰੈਕ ਚੇਂਜ ਕਰਨ ਦਾ ਇੱਕ ਜਗ੍ਹਾ ਨਹੀਂ ਆਉਂਦੀ। ਚਾਹੇ ਤੁਹਾਡੀ ਗੱਡੀ ਸਲੋ ਚੱਲ ਰਹੀ ਤੁਸੀਂ ਆਪਣੇ ਟਰੈਕ 'ਚ ਹੀ ਰਹੋਗੇ, ਚਾਹੇ ਦੂਸਰਾ ਟਰੈਕ ਖਾਲੀ ਤੁਸੀਂ ਚੇਂਜ ਨਹੀਂ ਕਰ ਸਕਦੇ। ਫਾਈਨ ਬਹੁਤ ਹੈ ਉੱਥੇ, ਕੈਮਰੇ ਲੱਗੇ ਹੋਏ ਸਾਰੇ ਪਾਸੇ। ਜਦੋਂ ਤੁਹਾਨੂੰ ਟਰੈਕ ਚੇਂਜ ਕਰਨ ਵਾਸਤੇ ਜਗ੍ਹਾ ਮਿਲੂਗੀ ਉਸ ਜਗ੍ਹਾ ਤੇ ਹੀ ਤੁਸੀਂ ਚੇਂਜ ਕਰ ਸਕਦੇ। ਇਹ ਹਾਲੇ ਇੰਪਲੀਮੈਂਟ ਕਰਨ ਨੂੰ ਮੈਨੂੰ ਤਾਂ ਲੱਗਦਾ ਅਗਲੇ 50 ਸਾਲ ਵੀ ਲੱਗ ਜਾਣਗੇ ਸ਼ਾਇਦ। ਇੱਥੇ ਇੰਨਾ ਟ੍ਰੈਫਿਕ ਸੁਧਰਨ ਵਾਲਾ ਹੈ ਨਹੀਂ ਆ। ਮਨੀਕਰਨ ਦੇ ਵਿੱਚ ਪਹਿਲਾਂ ਵੀ ਇਦਾਂ ਹੋਇਆ ਵਾ, ਜਿਹੜੀ ਖੀਰ ਗੰਗਾ ਜਗ੍ਹਾ ਹੈਗੀ ਨਾ ਉੱਥੇ ਟਰੈਕਿੰਗ ਹੁੰਦੀ ਹੈ। ਤੇ ਟਰੈਕਿੰਗ ਦੌਰਾਨ ਪਿਛਲੀ ਵਾਰੀ ਵੀ ਜਿਹੜਾ ਹੈਗਾ ਤਕਰੀਬਨ 22 ਜੁਲਾਈ ਦੀ ਗੱਲ ਹੈ, ਇਹ ਜੁਲਾਈ ਦੇ ਮਹੀਨੇ ਦੀ ਗੱਲ ਹੀ ਹੈ। ਦੇਖੋ 15 ਜੁਲਾਈ ਨੂੰ ਹੋਇਆ, ਫਿਰ 22 ਜੁਲਾਈ ਨੂੰ ਹੋਇਆ। ਤੇ ਇਹ ਚੀਜ਼ਾਂ ਉੱਥੇ ਵੀ ਜਿਹੜੇ 5 ਮੁੰਡੇ ਸੀਗੇ ਆਪਸ ਦੇ ਵਿੱਚ, 5 ਮੁੰਡਿਆਂ ਤੇ ਅਟੈਕ ਹੋਇਆ ਸੀਗਾ। ਪਤਾ ਨਹੀਂ ਹੁਣ ਕਰਨ ਵਾਲੇ ਕੌਣ ਸੀਗੇ ਕੌਣ ਨਹੀਂ। ਉਹਨਾਂ 'ਚ ਇੱਕ ਮੁੰਡੇ ਦੀ ਮੌਤ ਵੀ ਹੋਈ ਸੀਗੀ, ਕਿਉਂਕਿ ਜਦੋਂ ਜਾਨ ਬਚਾ ਕੇ ਭੱਜੇ ਹੈ ਨਾ, 4 ਤਾਂ ਨਿਕਲ ਗਏ, ਇੱਕ ਮੁੰਡਾ ਜਿਹੜਾ ਉਹ ਫਿਸਲ ਕੇ ਨਦੀ ਦੇ ਵਿੱਚ ਡਿੱਗ ਪਿਆ ਸੀਗਾ ਤੇ ਉਹਦੀ ਵਿਚਾਰੇ ਦੀ ਮੌਤ ਹੋ ਗਈ ਸੀਗੀ। ਦੇਖੋ ਜੀ ਹਿਮਾਚਲ ਦਾ ਇਲਾਕਾ ਤਾਂ ਉੱਦਾਂ ਹੀ ਬੜਾ ਪਹਾੜੀ ਇਲਾਕਾ ਹੈਗਾ। ਤੁਸੀਂ ਉੱਥੇ ਕਹੋਗੇ ਕਿ ਭੱਜ ਦੌੜ ਕਰਨੀ ਹੈ, ਕਿਤੇ ਵੀ ਤੁਹਾਡਾ ਪੈਰ ਫਿਸਲ ਗਿਆ, ਤੁਸੀਂ ਕਿਤੇ ਡਿੱਗ ਗਏ, ਉੱਥੇ ਲੱਕੜ ਹੋ ਗਈਆਂ, ਹੋਰ ਵੀ ਬਹੁਤ ਖਤਰਨਾਕ ਚੀਜ਼ਾਂ ਹੈਗੀਆਂ, ਤੁਸੀਂ ਖਾਈ 'ਚ ਡਿੱਗ ਸਕਦੇ ਆ। ਤਾਂ ਉਹ ਬਚਾਅ ਦਾ ਤੁਹਾਡਾ ਕੋਈ ਰਸਤਾ ਨਹੀਂ। ਤੁਸੀਂ ਦੇਖੋ ਤੁਹਾਡੇ ਫੈਮਿਲੀ ਮੈਂਬਰ ਕਿੰਨੇ ਹੈਗੇ ਆ, ਘਰੋਂ ਵਿੱਚ ਤੁਸੀਂ ਕੁਝ ਦੱਸ ਕੇ ਆਉਂਦੇ ਆ ਕਿ ਅਸੀਂ ਫੈਮਿਲੀ ਨੂੰ, ਕਈ ਵਾਰ ਤਾਂ ਇੱਦਾਂ ਦੇ ਵੀ ਸਟੂਡੈਂਟਸ ਹੈਗੇ ਜਿਹੜੇ ਘਰ ਹੀ ਇਨਫੋਰਮ ਨਹੀਂ ਕਰਦੇ, ਪੇਰੈਂਟਸ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਕਿ ਉਹਨਾਂ ਦੇ ਬੱਚੇ ਕਿੱਥੇ ਕਿੱਥੇ ਪਹੁੰਚੇ ਹੋਏ ਆ, ਕਿੱਥੇ ਗਏ ਆ। ਬਿਲਕੁਲ ਬਿਲਕੁਲ। ਹੋਰ ਉਹਨਾਂ ਬਾਅਦ ਜਦੋਂ ਇੱਦਾਂ ਦੀ ਕੋਈ ਖਬਰ ਮਿਲਦੀ ਉਹ ਕਹਿੰਦੇ ਸਾਨੂੰ ਤਾਂ ਵਿਸ਼ਵਾਸ ਨਹੀਂ, ਸਾਡਾ ਮੁੰਡਾ ਤਾਂ ਇੱਥੇ ਘੁੰਮਦਾ ਸੀ, ਉਹ ਤਾਂ ਉੱਥੇ ਜਾ ਨਹੀਂ ਸਕਦਾ ਹੈਗਾ। ਤਾਂ ਮੇਰੇ ਹਿਸਾਬ ਨਾਲ ਜਿਹੜਾ ਯੂਥ ਹੈ ਉਹਨਾਂ ਨੂੰ ਆਪਣੀ ਫੈਮਿਲੀ ਬਾਰੇ ਵੀ ਸੋਚਣਾ ਚਾਹੀਦਾ ਕਿ ਉਹਨਾਂ ਦੇ ਅਗਲੇ ਘਰ ਵਿੱਚ ਇੰਤਜ਼ਾਰ ਕਰ ਰਹੇ, ਇੱਦਾਂ ਦੀ ਕਿਸੇ ਵੀ ਗਲਤ ਘਟਨਾ ਵਿੱਚ ਸ਼ਾਮਿਲ ਹੋਣ ਤੋਂ ਬਚਣਾ ਚਾਹੀਦਾ ਉਹਨਾਂ ਨੂੰ। ਦੇਖੋ ਜੀ ਮੈਂ ਕਹਿੰਦਾ ਲਾਈਫ ਤੁਸੀਂ ਇੰਜੋਏ ਕਰਨੀ ਹੈ, ਕੋਈ ਪ੍ਰੋਪਰ ਜਗ੍ਹਾ ਤੇ ਜਾਓ ਜਿੱਥੇ ਤੁਹਾਨੂੰ ਸਪੇਸ ਹੈਗੀ ਆ। ਤੁਸੀਂ ਮੈਂ ਕਹਿੰਦਾ ਪਬਲਿਕ ਪਲੇਸ ਹੈ, ਜਿਹੜੀ ਪਬਲਿਕ ਰੋਡ ਹੈਗੀ ਹੈ, ਜਿੱਥੇ ਲੋਕਾਂ ਨੇ ਟਰੈਵਲ ਕਰਨਾ, ਕਿਸੇ ਨੂੰ ਐਮਰਜੈਂਸੀ ਆ, ਕਿਸੇ ਨੇ ਕਿਤੇ ਵੀ ਜਾਣਾ, ਕੋਈ ਪਤਾ ਨਹੀਂ ਕਿੰਨੇ ਲੰਬੇ ਸਫ਼ਰ ਤੋਂ ਇੱਥੇ ਜਰਨੀ ਕਰਕੇ 5-5 6-6 ਘੰਟੇ ਥੱਕ ਹਾਰ ਕੇ ਆ ਰਿਹਾ, ਉਹ ਇੱਕ ਡੈਸਟੀਨੇਸ਼ਨ ਤੇ ਪਹੁੰਚਣਾ ਚਾਹੁੰਦਾ। ਜੇ ਤੁਸੀਂ ਉਹਦੇ ਵਿੱਚ ਦੇਖੋ, ਜੇ ਬਰਫ਼ਬਾਰੀ ਸ਼ੁਰੂ ਹੋ ਸਕਦਾ ਕਿ ਮੌਸਮ ਜ਼ਿਆਦਾ ਖਰਾਬ ਹੋ ਜਾਏ, ਫਿਰ ਜਿਹੜੇ ਲੋਕੀ ਸੜਕਾਂ ਤੇ ਖੜੇ ਉਹ ਕਿੱਥੇ ਜਾਣਗੇ ਅੱਧੀ ਰਾਤ ਨੂੰ। ਇਹ ਸੋਚਣ ਵਾਲੀ ਗੱਲਾਂ ਹੈਗੀਆਂ। ਬੰਦਾ ਇਹ ਚੀਜ਼ ਵਿਚਾਰ ਨਹੀਂ ਕਰਦਾ ਕਿ ਮੌਸਮ ਤੁਹਾਡਾ ਚਲੋ ਬਰਫ਼ ਸ਼ੁਰੂ ਹੋਈ ਚੰਗਾ ਲੱਗ ਰਿਹਾ, ਬਟ ਸਪੋਜ਼ ਕਰੋ ਕਿ ਅਚਾਨਕ ਉਹ ਬਰਫ਼ਬਾਰੀ ਜ਼ਿਆਦਾ ਤੇਜ਼ ਹੋ ਜਾਏ, ਸੜਕ ਤੇ ਬਰਫ਼ ਹੀ ਜੰਮ ਜਾਏ, ਤੁਹਾਡੀ ਗੱਡੀਆਂ ਫਿਰ ਤੁਸੀਂ ਕਿੱਥੇ ਜਾਓਗੇ? ਤੁਸੀਂ ਪਿੱਛੇ ਨਹੀਂ ਜਾ ਸਕਦੇ, ਅੱਗੇ ਨਹੀਂ ਜਾ ਸਕਦੇ, ਬਰਫ਼ 'ਚ ਤੁਹਾਡੀ ਕੁਲਫੀ ਬਣ ਜਾਣੀ, ਸਵੇਰ ਤੱਕ ਕਿੰਨੀ ਮੌਤਾਂ ਹੋ ਜਾਣੀਆਂ। ਤੁਸੀਂ ਦੇਖੋ ਇਹ ਕਿੰਨਾ ਕੁਛ ਹੈਗਾ ਉਹਦੇ 'ਚ। ਹੁਣ ਦੇਖੋ ਸ਼ਿਮਲਾ ਦੇ ਜਿਹੜੇ ਤਕਰੀਬਨ ਹੋਟਲ ਮਾਲਕ ਹੈਗੇ ਆ, ਐਸੋਸੀਏਸ਼ਨ ਜਿਹੜੀ ਉੱਥੇ ਦੀ ਹੈਗੀ ਆ, ਉਹਨਾਂ ਨੇ ਨਾ ਪਿੱਛੇ ਇੱਕ ਰਿਪੋਰਟ ਦੇ ਥਰੂ ਇਹ ਗੱਲ ਕਹੀ ਸੀਗੀ, ਪ੍ਰਸ਼ਾਸਨ ਦੇ ਕੋਲ ਉਹ ਰਿਪੋਰਟ ਇਹਨਾਂ ਨੇ ਦਿੱਤੀ ਸੀਗੀ ਕਿ ਸ਼ਿਮਲਾ ਦੇ ਵਿੱਚ ਲੋਕਾਂ ਦਾ ਠਹਿਰਨਾ ਘੱਟ ਹੋ ਗਿਆ ਹੁਣ। ਹਾਂਜੀ ਬਹੁਤ ਘੱਟ ਗਿਆ। ਹਾਂਜੀ ਪਹਿਲਾਂ 4-4 5-5 ਦਿਨ ਠਹਿਰਦੇ ਹੁੰਦੇ ਸੀ ਨਾ, ਹੁਣ ਜਿਹੜਾ ਬੰਦਾ ਆਇਆ ਸ਼ਾਮ ਨੂੰ ਅੱਜ ਆਇਆ, ਵੱਧ ਤੋਂ ਵੱਧ ਅਗਲੇ ਦਿਨ ਪੂਰਾ ਰਹੂਗਾ ਤਾਂ ਉਸ ਤੋਂ ਅਗਲੇ ਦਿਨ ਸਵੇਰੇ ਚੱਲ ਜਾਏਗਾ। ਇਹਦਾ ਵੀ ਦੇਖੋ ਜੀ ਬਹੁਤ ਬੜਾ ਰੀਜ਼ਨ ਹੈਗਾ। ਪਹਿਲਾਂ ਲੋਕਾਂ ਕੋਲ ਪੈਸੇ ਦੀ ਭੱਜ ਦੌੜ ਇੰਨੀ ਨਹੀਂ ਸੀ, ਮਹਿੰਗਾਈ ਵੀ ਨਹੀਂ ਸੀ, ਤੁਹਾਡਾ ਖਰਚਾ ਨਿਕਲਦਾ ਸੀ। ਹੁਣ ਅੱਜ ਦੀ ਡੇਟ ਦੇਖੋ, ਤੁਸੀਂ ਹਸਬੈਂਡ ਕੰਮ ਕਰ ਰਿਹਾ, ਵਾਈਫ ਕੰਮ ਕਰ ਰਹੀ ਹੈ, ਬੱਚੇ ਵੀ ਕੰਮ ਕਰ ਰਹੇ ਆ। ਹੋਰ ਕੰਮ ਕਰਨ ਦੇ ਬਾਅਦ ਤੁਸੀਂ ਛੁੱਟੀ ਤਾਂ ਲੈਣਾ ਨੈਕਸਟ ਟੂ ਇੰਪੋਸੀਬਲ। ਜੇ ਤੁਸੀਂ ਛੁੱਟੀ ਲਓਗੇ ਤੁਹਾਡੀ ਸੈਲਰੀ ਕੱਟੋਗੀ, ਤੁਹਾਡੇ ਹੋਰ ਖਰਚੇ ਆ, ਫਿਰ ਜਿੱਥੇ ਤੁਸੀਂ ਰਹਿਣਾ ਹੈਗਾ ਉੱਥੇ ਦੇ ਖਰਚੇ ਵੀ ਇੰਨੇ ਜ਼ਿਆਦਾ ਹੈਗੇ ਕਿ ਬੰਦਾ ਕਹਿੰਦਾ ਯਾਰ 5 ਦਿਨ ਮੈਂ ਇੱਥੇ ਰਹਿ ਕੇ ਜੇ ਲੱਖ ਰੁਪਏ ਦੇਣਾ ਹੈਗਾ, ਲੱਖ ਰੁਪਏ ਦਾ ਮੇਰੇ ਹੋਰ ਮਹੀਨੇ ਦੇ ਜਿਹੜੇ ਕਈ ਕੰਮਕਾਜ ਹੈਗੇ ਆ ਉਹ ਨਿਪਟ ਜਾਣਗੇ। ਤਾਂ ਇਸ ਕਰਕੇ ਉਹ ਵੀ ਇੱਕ ਸੋਚ ਹੈਗੀ ਜਿਹੜਾ ਕਰਕੇ ਬੰਦਾ ਕਹਿੰਦਾ ਮੈਕਸਿਮਮ 1 ਤੋਂ 3 ਦਿਨ, ਇਸ ਤੋਂ ਜ਼ਿਆਦਾ ਹੁਣ ਕੋਈ ਕਿਤੇ ਵੀ ਸਟੇ ਨਹੀਂ ਕਰ ਰਿਹਾ। ਉਹਦੇ ਵਿੱਚ ਵੀ ਜੇ ਅਗਰ ਕਿਤੇ ਮਾਹੌਲ ਲੜਾਈ ਝਗੜੇ ਵਾਲਾ ਇੱਦਾਂ ਦਾ ਕੁਝ ਆ ਜਾਏ ਤਾਂ ਬੰਦਾ ਕਹਿੰਦਾ ਦਿਨੇ ਆਓ ਤਾਂ ਸ਼ਾਮ ਨੂੰ ਚਲੇ ਜਾਓ, ਇੱਥੇ ਰੁਕਣਾ ਨਹੀਂ ਆਪਾਂ। ਨਹੀਂ, ਪਰ ਉਹਨਾਂ ਦਾ ਜਿਹੜੇ ਸ਼ਿਮਲੇ ਦੇ ਐਸੋਸੀਏਸ਼ਨ ਵਾਲੇ ਹੈ ਨਾ, ਉਹਨਾਂ ਦਾ ਇਹ ਮੰਨਣਾ ਹੈ ਕਿ ਸ਼ਿਮਲਾ ਦੇ ਵਿੱਚ ਜਾਮ ਦੀ ਸਮੱਸਿਆ ਬਹੁਤ ਵੱਧ ਗਈ ਹੈ। ਹਾਂਜੀ, ਪਾਣੀ ਦੀ ਕਮੀ ਆ ਗਈ ਹੈ। ਜੋ ਪੋਪੂਲੇਸ਼ਨ ਪਹਿਲਾਂ ਆਪਣੀ 100 ਕਰੋੜ ਤੋਂ ਥੱਲੇ ਸੀ, ਅੱਜ 100 ਦੇ ਉੱਤੇ ਚਲੇ ਗਈ ਆ। ਹੋਰ ਹਰ ਬੰਦੇ ਕੋਲ ਗੱਡੀ ਹੈਗੀ ਹੈ, ਜਗ੍ਹਾ ਤਾਂ ਪਹਾੜ ਉੱਥੇ ਦਾ ਉੱਥੇ ਹੀ ਆ। ਜਿਹੜੀ ਪੋਪੂਲੇਸ਼ਨ ਉਹ ਵੱਧ ਗਈ ਹੈ, ਜਦ ਲੋਕੀ ਥੱਲੇ ਦੇ ਉੱਤੇ ਸਕੂਟਰ ਮੋਟਰਸਾਈਕਲ ਪਾਰਕਿੰਗ ਦਾ ਕੋਈ ਅਰੇਂਜਮੈਂਟ ਨਹੀਂ ਕੀਤਾ ਗਿਆ, ਇਹਨਾਂ ਦੀ ਕੋਈ ਫਿਊਚਰ ਪਲੈਨਿੰਗ ਨਹੀਂ। ਹੁਣ ਤੁਸੀਂ ਦੇਖੋਗੇ ਜਿਹੜੇ ਗਰਾਊਂਡ ਲੈਵਲ ਤੇ ਹੈਗੇ ਆ,
ਹੁਣ ਪਹਿਲਾਂ ਸਾਡੀ ਸੜਕਾਂ ਹੁੰਦੀ ਸੀ ਸਿੰਗਲ ਰੋਡ, ਡਬਲ ਰੋਡ, ਅੱਜ ਫਲਾਈਓਵਰ ਬਣ ਗਏ। ਫਲਾਈਓਵਰ ਤੇ ਵੀ ਤੁਹਾਨੂੰ ਤੁਸੀਂ ਦੇਖੋਗੇ 3-3 ਟਰੈਕ ਇੱਕ ਸਾਈਡ ਹੈ, ਦੂਸਰੇ 6 ਟਰੈਕ ਦੇ ਬਣ ਰਹੇ ਆ। ਸੜਕਾਂ ਇੱਥੇ ਹੋ ਗਈ ਚੌੜੀਆਂ, ਟ੍ਰੈਫਿਕ ਵੱਧ ਗਿਆ। ਹੁਣ ਇਹ ਸੜਕਾਂ ਜਦੋਂ ਹਿਮਾਚਲ ਤੇ ਜਾਣਗੇ ਤਾਂ ਉੱਥੇ ਜਾ ਕੇ ਉਹ ਗੱਡੀਆਂ ਕਿੱਥੇ ਜਾਣਗੀਆਂ? ਉਹਨਾਂ ਵਾਸਤੇ ਕੋਈ ਪਲੈਨਿੰਗ ਨਹੀਂ ਕੀਤੀ ਹੈ ਕਿ ਆਉਣ ਵਾਲੇ ਟਾਈਮ 'ਚ ਅਸੀਂ ਜੇ ਇੱਥੇ ਟੂਰਿਜ਼ਮ ਇੰਕਰੀਜ਼ ਕਰਨਾ ਤਾਂ ਇਹਨੂੰ ਪਾਰਕਿੰਗ ਸਪੇਸ ਅਸੀਂ ਕਿੱਦਾਂ ਅਲਾਟ ਕਰਨੀ ਹੈ, ਇਹ ਤਾਂ ਸਰਕਾਰ ਨੇ ਸੋਚਣਾ। ਜੇ ਤੁਹਾਨੂੰ ਚਾਹੀਦਾ ਹੈਗਾ ਕਿ ਉੱਥੇ ਲੋਕੀ ਆਉਣ, ਉਹਨਾਂ ਨੂੰ ਫੈਸਿਲਿਟੀ ਮਿਲਣ, ਜਾਂ ਤੁਸੀਂ ਉਹਨਾਂ ਦੀ ਗੱਡੀਆਂ ਇੱਕ ਜਗ੍ਹਾ ਪਾਰਕ ਕਰਕੇ ਉਹਨਾਂ ਨੇ ਕਿਤੇ ਵੀ ਜਾਣਾ ਤਾਂ ਤੁਸੀਂ ਉਹਨਾਂ ਵਾਸਤੇ ਦੂਜੀਆਂ ਗੱਡੀਆਂ ਅਰੇਂਜ ਕਰੋ ਕਿ ਤੁਹਾਨੂੰ ਇਦਾਂ ਦੀ ਸਮੱਸਿਆ ਨਾ ਆਵੇ। ਆਹੋ, ਸ਼ਿਮਲਾ ਵੀ ਦੇਖੋ ਰਾਜਧਾਨੀ ਹੈ ਨਾ ਹਿਮਾਚਲ ਦੀ, ਚੰਡੀਗੜ੍ਹ ਦੇਖ ਲਓ ਤੁਸੀਂ, ਪੰਜਾਬ ਦੀ ਤੇ ਹਰਿਆਣਾ ਦੀ ਰਾਜਧਾਨੀ ਦੇਖੋ ਕਿਆ ਸਿਸਟਮ ਹੈ ਉੱਥੇ। ਤੇ ਹਾਲਾਂਕਿ ਚਲੋ ਉਹ ਪਹਾੜੀ ਇਲਾਕਾ ਹੈ, ਉੱਥੇ ਨਹੀਂ ਇਦਾਂ ਦਾ ਹੋ ਸਕਦਾ, ਲੇਕਿਨ ਬਹੁਤ ਕੁਝ ਪ੍ਰਸ਼ਾਸਨ ਚਾਹੇ, ਸਰਕਾਰ ਚਾਹੇ ਤਾਂ ਬਹੁਤ ਕੁਝ ਹੋ ਸਕਦਾ ਹੈ। ਪਲੈਨਿੰਗ ਤਾਂ ਉਹਨਾਂ ਨੂੰ ਕਰਨੀ ਪੈਣੀ ਹੈ। ਹਾਂਜੀ ਬਿਲਕੁਲ। ਜੇ ਸਾਡੀ ਜਗ੍ਹਾ ਹੈ, ਸਾਡੇ ਪਹਾੜ ਹੈ, ਸਾਨੂੰ ਇਹ ਪਲੈਨਿੰਗ ਕਰਨੀ ਪਊਗੀ। ਅਸੀਂ ਗਰਾਊਂਡ ਲੈਵਲ ਤੇ ਗੱਡੀਆਂ ਲਗਾਈਏ ਤੇ ਉਹਦੇ ਬਾਅਦ ਸਾਡੀਆਂ ਗੱਡੀਆਂ ਤੁਸੀਂ ਅਪ ਡਾਊਨ ਕਰ ਸਕਦੇ ਆ। ਉਹਦਾ ਇੱਕ ਨੋਮੀਨਲ ਚਾਰजेस ਲੈ ਲਓ ਕਿ ਤੁਸੀਂ ਆਪਣੀ ਗੱਡੀਆਂ ਨਹੀਂ ਲੈ ਕੇ ਜਾਣੀ, ਸਾਡੀਆਂ ਗੱਡੀਆਂ 'ਚ ਤੁਸੀਂ ਟਰੈਵਲ ਕਰਨਾ। ਇਹ 24 ਅਵੇਲੇਬਲ ਆ, ਤੁਸੀਂ ਜਦੋਂ ਮਰਜ਼ੀ ਜਾਓ, ਜਦੋਂ ਮਰਜ਼ੀ ਆਓ। ਇੱਕ ਨਾਰਮਲ ਫੀਸ ਦਿਓ, ਜ਼ਿਆਦਾ ਵੀ ਨਾ ਲਓ। ਤਾਂ ਲੋਕਾਂ ਨੂੰ ਵੀ ਤੁਹਾਡੀ ਇੱਕ ਪੋਲੂਸ਼ਨ ਵੀ ਇਨਵਾਇਰਨਮੈਂਟ ਹੈਗਾ, ਤੁਸੀਂ ਇਲੈਕਟ੍ਰਿਕ ਗੱਡੀਆਂ ਉੱਥੇ ਚਲਾਓ। ਪੋਲੂਸ਼ਨ ਦਾ ਵੀ ਕੰਟਰੋਲ ਜੋ ਹੈਗਾ, ਗੰਦਗੀ ਫੈਲਾਉਂਦੀ ਜਾਂ ਜੋ ਵੀ ਹੈਗਾ, ਇੱਕ ਜਗ੍ਹਾ ਗਰਾਊਂਡ 'ਚ ਖੜੀ ਕਰਾ ਲਓ ਗੱਡੀਆਂ। ਉੱਥੋਂ ਦੇ ਆਪਣੀ ਜਿਹੜੀ ਲੋਕਲ ਹੈਗੀ ਕੁਝ ਤੇ ਚੇਂਜਸ ਕਰਨੇ ਪੈਣੇ ਨਾ, ਪਲੈਨਿੰਗ ਕਰਨਗੇ ਤਾਂ ਹੀ ਅੱਗੇ ਚੱਲੂਗਾ। ਹੁਣ ਹਿਮਾਚਲ ਦੇ ਵਿੱਚ ਇਸ ਗੱਲ ਨੂੰ ਲੈ ਕੇ, ਆ ਮਨੀਕਰਨ ਵਾਲੀ ਘਟਨਾ ਨੂੰ ਲੈ ਕੇ ਇੱਕ ਰਾਜਨੀਤੀ ਵੀ ਸ਼ੁਰੂ ਹੋ ਗਈ ਹੈ। ਇਹ ਜਿਹੜੇ ਹਿਮਾਚਲ ਭਾਜਪਾ ਦੇ ਜਿਹੜੇ ਮੀਡੀਆ ਪ੍ਰਭਾਰੀ ਹੈਗੇ ਆ ਅਮਿਤ ਸੂਦ, ਉਹਨਾਂ ਨੇ ਕਿਹਾ ਕਿ ਸਰਕਾਰ ਜਿਹੜੀ ਹੈਗੀ ਹੈ ਇਸ ਘਟਨਾ ਨੂੰ ਲੈ ਕੇ, ਅਜਿਹੀਆਂ ਘਟਨਾਵਾਂ ਨੂੰ ਲੈ ਕੇ ਸੀਰੀਅਸ ਨਹੀਂ ਹੈ ਤੇ ਕਾਰਵਾਈ। ਉਹਨਾਂ ਨੇ ਕਿਹਾ ਕਿ CPS ਵੀ ਆਏ, ਜਿਹੜੇ ਚੀਫ ਪਾਰਲੀਮਾਨੀ ਸਕੱਤਰ ਹੁੰਦੇ ਆ ਸਰਕਾਰ ਦੇ ਵਿੱਚ, ਇੱਕ ਮੰਤਰੀ ਵਰਗੀ ਪਾਵਰ ਹੀ ਹੁੰਦੀ ਉਹਨਾਂ ਕੋਲ, ਤੇ ਉਹ ਵੀ ਆਏ, ਲੇਕਿਨ ਉਹਨਾਂ ਨੇ ਪ੍ਰਸ਼ਾਸਨ ਨੂੰ ਜਾਂ ਪੁਲਿਸ ਨੂੰ ਕੋਈ ਖਾਸ ਨਿਰਦੇਸ਼ ਜਿਹੜੇ ਆ ਉਹ ਨਹੀਂ ਦਿੱਤੇ ਔਰ ਬਹੁਤਾ ਸੀਰੀਅਸਲੀ ਜਿਹੜੇ ਆ ਉਹ ਲੈ ਨਹੀਂ ਰਹੇ ਆ। ਜਦਕਿ ਪੁਲਿਸ ਦਾ ਕਹਿਣਾ ਹੈ ਕਿ ਅਜਿਹੀ ਕੋਈ ਐਸੀ ਘਟਨਾ ਹੀ ਨਹੀਂ ਸੀ ਜਿਸ ਨੂੰ ਬਹੁਤ ਜ਼ਿਆਦਾ ਸੀਰੀਅਸ ਲਿਆ ਜਾਵੇ ਜਾਂ ਬਹੁਤ ਜ਼ਿਆਦਾ ਵੱਡੀ ਘਟਨਾ ਸੀਗੀ। ਤੇ CM ਸੁੱਖੂ ਨੇ ਵੀ ਕਿਹਾ ਕਿ ਹਰ ਜੋ ਵੀ ਇੱਥੇ ਟੂਰਿਸਟ ਆਏਗਾ ਉਹਦੀ ਜ਼ਿੰਮੇਵਾਰੀ ਸਾਡੀ ਹੈ, ਉਹਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਾਡੀ ਹੈ। ਔਰ ਹਿਮਾਚਲ ਦੇ ਵਿੱਚ ਕਦੀ ਵੀ ਅਜਿਹਾ ਵੱਡਾ ਕ੍ਰਾਈਮ ਨਹੀਂ ਹੁੰਦਾ ਜਿਹੜਾ ਹਿਮਾਚਲੀਆਂ ਨੇ ਕੀਤਾ ਹੋਵੇ, ਇਹ ਉਹਨਾਂ ਦਾ ਮੰਨਣਾ ਹੈ। ਔਰ ਵਾਕਈ ਗੱਲ ਸਹੀ ਹੈ ਇਹ, ਕਿਉਂਕਿ ਜਦੋਂ ਪਿੱਛੇ ਕਈ ਵਾਰੀ ਜਿਹੜੀ ਬਹੁਤ ਵੱਡੀਆਂ ਘਟਨਾਵਾਂ ਜਿਹੜੀ ਹਿਮਾਚਲ ਦੇ ਹੋਟਲਾਂ ਦੇ ਵਿੱਚ ਜਾਂ ਹੋਰ ਹੋਈਆਂ, ਉਹ 'ਚ ਕਿਤੇ ਬਾਹਰਲੇ ਬੰਦੇ ਹੀ ਜਿਹੜੇ ਆ, ਕਿਤੇ ਬਾਹਰਲੀ ਸਟੇਟ ਦੇ ਬੰਦੇ ਹੀ ਉਹ ਪਾਏ ਗਏ ਆ ਕਿ ਉਹ ਹੁੰਦੇ ਆ, ਲੇਕਿਨ ਹਿਮਾਚਲ ਦੇ ਬਹੁਤ ਘੱਟ ਹੁੰਦੇ ਆ। ਤੇ ਸ਼ਾਇਦ ਪੁਲਿਸ ਦਾ ਦਾਵਾ ਵੀ ਇਹੀ ਹੈ, ਸ਼ਾਇਦ ਪੁਲਿਸ ਦਾ ਇਹੀ ਦਾਵਾ ਕਿ ਹੁਣ ਵੀ ਅਜਿਹਾ ਵੱਡੀ ਕੋਈ ਘਟਨਾ ਨਹੀਂ ਹੋਈ ਜਿਹਨੂੰ ਬਹੁਤ ਜ਼ਿਆਦਾ ਸੀਰੀਅਸਲੀ ਲਿਆ ਜਾਵੇ। ਹੋਰ ਦੇਖੋ ਜੀ, SGPC ਨੇ ਵੀ ਇਹੀ ਗੱਲ ਕਹੀ ਹੈ ਕਿ ਜੋ ਵੀ ਇਹ ਮਾਹੌਲ ਖਰਾਬ ਹੋਇਆ, ਇਹ ਸ਼ਾਂਤੀ ਨਾਲ ਹੀ ਇਹਨੂੰ ਨਿਪਟਾਇਆ ਜਾਏ। SGPC ਵੀ ਇਹੀ ਅਪੀਲ ਕਰ ਰਹੀ ਹੈ ਕਿ ਤੁਸੀਂ ਜੋ ਵੀ ਹੈਗਾ ਸ਼ਾਂਤੀ ਨਾਲ ਰਹੋ, ਪਿਆਰ ਨਾਲ ਰਹੋ। ਘੁੰਮਣ ਨਾ ਹੈਗਾ, ਘੁੰਮੋ ਫਿਰੋ, ਬਟ ਤੁਸੀਂ ਜੇ ਮਾਹੌਲ ਕਿਤੇ ਵੀ ਖਰਾਬ ਕਰਨਾ, ਕੋਈ ਵੀ ਚਾਹੇ ਧਰਮ ਦਾ ਕੋਈ ਵੀ ਬੰਦਾ ਹੈਗਾ, ਉਹ ਕਿਤੇ ਵੀ ਬਰਦਾਸ਼ਤ ਨਹੀਂ ਕੀਤਾ ਜਾਂਦਾ। ਨਹੀਂ, ਇਹ ਤਾਂ ਚਲੋ ਖੈਰ ਧਾਰਮਿਕ ਤਾਂ ਹੁਣ, ਕਿਉਂਕਿ ਮਨੀਕਰਨ ਪਿਛਲੀ ਵਾਰੀ ਵੀ ਇੱਦਾਂ ਹੋਇਆ, ਹੁਣ ਵੀ ਮਨੀਕਰਨ ਦੇ ਵਿੱਚ ਹੀ ਹੋਇਆ, ਤਾਂ ਕਿਉਂਕਿ SGPC ਇਹ ਸਾਰੀਆਂ ਚੀਜ਼ਾਂ ਨੂੰ ਦੇਖਦੀ ਹੈ। ਇਹ 'ਚ ਦੇਖੋ ਜੀ, ਪ੍ਰਸ਼ਾਸਨ ਜੇ ਥੋੜਾ ਜਿਹਾ ਸਰਤਕ ਹੁੰਦਾ, ਆਪਣੀ ਜ਼ਿੰਮੇਵਾਰੀ ਨਿਭਾਉਂਦਾ, ਸ਼ਾਇਦ ਇੰਨੀ ਚੀਜ਼ਾਂ ਵਧਣੀ ਨਹੀਂ ਸੀ, ਇਹ ਘਟ ਜਾਣੀ ਸੀ। ਕਿਉਂਕਿ ਪ੍ਰਸ਼ਾਸਨ ਨਜ਼ਰ ਨਹੀਂ ਆਉਂਦਾ ਨਾ, ਤਾਂ ਹੀ ਤਾਂ ਇਹ ਚੀਜ਼ਾਂ ਹੋ ਰਹੀਆਂ। ਜੇ ਹੋ ਰਹੀਆਂ ਤਾਂ ਲੋਕਾਂ ਨੂੰ ਥੋੜਾ ਬਹੁਤ ਡਰ ਤਾਂ ਹੁੰਦਾ ਹੀ ਹੈ ਪ੍ਰਸ਼ਾਸਨ ਦਾ ਕਿ ਸਾਡੇ ਤੋਂ ਪਰਚਾ ਹੋ ਜਾਊਗਾ ਜਾਂ ਸਾਨੂੰ ਫੜਨਗੇ। ਹੁਣ ਜਦੋਂ ਉੱਥੇ ਕੋਈ ਬੈਠੇ ਨਹੀਂ ਤਾਂ ਮੈਨੂੰ ਕਾਹਦਾ ਡਰ ਆ, ਮੈਂ ਤਾਂ ਜੋ ਮਰਜ਼ੀ ਕਰਾਂ। ਆਹੋ, ਕਿਉਂਕਿ ਹਿਮਾਚਲ ਦੇ ਲੋਕਾਂ ਵਾਂਗ ਹਿਮਾਚਲ ਦੀ ਪੁਲਿਸ ਵੀ ਜਿਹੜੀ ਆ ਉਹ ਸ਼ਾਂਤ ਹੈ, ਨਹੀਂ? ਕਿਉਂਕਿ ਕੋਈ ਸੰਤੋਖ ਉੱਦਾਂ ਮੈਂ ਦੇਖਿਆ ਪੁਲਿਸ ਉਹਨਾਂ ਦੀ ਬਹੁਤ ਵਧੀਆ ਹੈ ਜੀ। ਇੱਕ ਦੋ ਵਾਰ ਇਦਾਂ ਦੇ ਕੇਸ ਵੀ ਹੋਏ ਆ ਕਿ ਅਸੀਂ ਜਦੋਂ ਗਏ ਆ ਤਾਂ ਉਹ ਪੂਰੀ ਤੁਹਾਨੂੰ ਸਪੋਰਟ ਵੀ ਕਰਦੇ ਆ। ਜੇ ਸਹੀ ਹੈ ਗਲਤ ਹੈ ਉਹ ਤੁਹਾਨੂੰ ਹੈਲਪ ਕਰਦੇ ਆ, ਇਹ ਨਹੀਂ ਕਿ ਤੁਹਾਡੀ ਹੈਲਪ ਨਹੀਂ ਕਰਦੇ ਆ। ਬਟ ਇਹ ਉਹਨਾਂ ਦੀ ਵੀ ਚਲੋ ਜੋ ਵਰਕਿੰਗ ਆਵਰਸ ਹੈ ਜਾਂ ਮੈਨ ਪਾਵਰ ਉਹਨਾਂ ਦੇ ਕੋਲ ਘੱਟ ਹੈਗਾ, ਜੋ ਉਹਨਾਂ ਦੀ ਵੀ ਕੋਈ ਪਰੇਸ਼ਾਨੀ ਹੋ ਸਕਦੀ ਆ। ਬਟ ਸਟਿਲ ਇਹ ਤਾਂ ਗਵਰਨਮੈਂਟ ਨੇ ਦੇਖਣਾ ਕਿ ਕਿੱਥੇ ਸੈਂਸਿਟਿਵ ਹੈਗਾ ਜਾਂ ਕਿੱਥੇ ਨਹੀਂ ਹੈਗਾ, ਕਿੱਥੇ ਆਪਣੀ ਪੁਲਿਸ ਡਿਪਲੋਏ ਜ਼ਿਆਦਾ ਕਰਨੀ ਹੈ, ਕਿੱਥੇ ਘੱਟ ਕਰਨੀ ਹੈ, ਉਸ ਚੀਜ਼ ਨੂੰ ਕਿੱਦਾਂ ਮੇਨਟੇਨ ਕਰਨਾ, ਲਾਅ ਐਂਡ ਆਰਡਰ ਨੂੰ। ਠੀਕ ਹੈ ਜੀ ਤੇਜਿੰਦਰ ਜੀ, ਆਪਾਂ ਇਸ ਗੱਲ 'ਤੇ ਚਰਚਾ ਕੀਤੀ ਹੈ। ਦੇਖੋ ਹੁਣ ਇਸ ਘਟਨਾ ਨੂੰ ਪੁਲਿਸ ਕਿੱਦਾਂ ਲੈਂਦੀ ਹੈ, ਪ੍ਰਸ਼ਾਸਨ ਕਿੱਦਾਂ ਲੈਂਦਾ ਹੈ, ਸਰਕਾਰ ਉੱਥੇ ਦੀ ਕਿੱਦਾਂ ਲੈਂਦੀ, ਕਿਉਂਕਿ ਸਰਕਾਰ ਨੂੰ ਵੀ ਪਤਾ ਹੈ ਕਿ ਜ਼ਿਆਦਾਤਰ ਟੂਰਿਸਟ ਜਿਹੜੇ ਆ ਉਹ ਹਿਮਾਚਲ 'ਚ ਆਉਂਦੇ, ਔਰ ਟੂਰਿਸਟਾਂ ਦੇ ਨਾਲ ਬਹੁਤਾ ਸਖਤੀ ਵੀ ਨਹੀਂ ਕੀਤੀ ਜਾ ਸਕਦੀ। ਹੋ ਸਕਦਾ ਹੈ ਕਿ ਪੁਲਿਸ ਤੇ ਪ੍ਰਸ਼ਾਸਨ ਇਸੇ ਕਰਕੇ ਨਰਮ ਹੋਵੇ ਕਿ ਬਹੁਤਾ ਜੇ ਟੂਰਿਸਟਾਂ ਨਾਲ ਸਖਤੀ ਕੀਤੀ ਜਾਵੇਗੀ ਤਾਂ ਇਹਦਾ ਜਿਹੜਾ ਇੰਪ੍ਰੈਸ਼ਨ ਹੈਗਾ ਉਹ ਬਹੁਤ ਵਧੀਆ ਨਹੀਂ ਜਾਏਗਾ, ਜਿਸ ਕਰਕੇ ਉਹ ਸ਼ਾਇਦ ਹੋ ਸਕਦਾ ਕਿ ਨਰਮ ਹੋਣ। ਲੇਕਿਨ ਜਿਹੜੇ ਪਰਯਟਕ ਉੱਥੇ ਜਾਂਦੇ ਆ, ਜਿਹੜੇ ਟੂਰਿਸਟ ਉੱਥੇ ਜਾਂਦੇ ਆ, ਉਹਨਾਂ ਨੂੰ ਵੀ ਇਹ ਚਾਹੀਦਾ ਹੈ ਕਿ ਹਿਮਾਚਲ ਸਟੇਟ ਬੜੀ ਸ਼ਾਂਤ ਸਟੇਟ ਹੈ ਔਰ ਬਹੁਤ ਖੂਬਸੂਰਤ ਸਟੇਟ ਹੈ। ਜੇ ਤੁਸੀਂ ਉੱਥੇ ਗਏ ਹੋ ਤਾਂ ਬੰਦਾ ਮਨ ਦੀ ਸ਼ਾਂਤੀ ਵਾਸਤੇ, ਕੁਝ ਰਿਲੈਕਸ ਹੋਣ ਵਾਸਤੇ ਉੱਥੇ ਜਾਂਦਾ ਹੈ। ਤੇ ਜੇ ਉੱਥੇ ਜਾ ਕੇ ਵੀ ਆਪਾਂ ਹੁੜਦੁੜ ਕਰਨਾ ਹੈ ਜਾਂ ਲੜਨਾ ਹੈ, ਤੇ
ਕੀ ਲੋੜ ਆ ਉੱਥੇ ਜਾਣ ਦੀ? ਫਿਰ ਤਾਂ ਆਪਣੀ ਹੀ ਸਟੇਟ ਕਾਫੀ ਹੈ ਲੜਨ ਝਗੜਨ ਵਾਸਤੇ, ਆਪਣੇ ਘਰ ਪਰਿਵਾਰਾਂ ਦੇ ਵਿੱਚ ਵੀ ਲੜਾਈ ਝਗੜੇ ਜਿਹੜੇ ਆ। ਲੇਕਿਨ ਤੁਸੀਂ ਇਹ ਦੇਖੋ ਕਿ ਜੇ ਆਪਾਂ ਘਰੋਂ ਬਾਹਰ ਨਿਕਲਦੇ ਹਾਂ ਤਾਂ ਬਹੁਤ ਰਿਲੈਕਸ ਹੋਣ ਵਾਸਤੇ ਨਿਕਲਦੇ ਹਾਂ ਔਰ ਇੰਜੋਏ ਕਰਨ ਵਾਸਤੇ ਨਿਕਲਦੇ ਹਾਂ। ਕੋਸ਼ਿਸ਼ ਇਹੀ ਕਰੋ ਕਿ ਅਜਿਹਾ ਕੁਛ ਨਾ ਹੋਵੇ। ਔਰ ਜੇਕਰ ਕੋਈ ਸਾਈਡ ਮੰਗਦਾ ਹੈ, ਸੜਕ ਦੇ ਵਿੱਚ ਸਾਈਡ ਮੰਗਦਾ ਤਾਂ ਸਾਈਡ ਦੇਣਾ ਕੋਈ ਗੁਨਾਹ ਨਹੀਂ ਹੈਗਾ, ਜਾਂ ਉਹਦਾ ਮੰਗਣਾ ਕੋਈ ਗੁਨਾਹ ਨਹੀਂ ਹੈਗਾ, ਇਹ ਦੇਣਾ ਬਣਦਾ ਹੈ। ਔਰ ਇਹਦੇ ਕਰਕੇ ਲੜਨਾ ਤਾਂ ਬਿਲਕੁਲ ਨਹੀਂ ਬਣਦਾ। ਠੀਕ ਹੈ ਕਿ ਇੰਜੋਏ ਕਰੋ, ਲੇਕਿਨ ਉਹਦੀ ਕੋਈ ਜਗ੍ਹਾ ਹੋਣੀ ਚਾਹੀਦੀ ਜਿੱਥੋਂ ਤੁਹਾਨੂੰ ਲੱਗੇ ਕਿ ਡਿਸਟਰਬ, ਕਿਉਂਕਿ ਪਹਾੜੀ ਇਲਾਕੇ ਦੇ ਵਿੱਚ ਵੀ ਕਈ ਸੜਕ 'ਤੇ ਹੀ ਅਜਿਹੇ ਕਈ ਥਾਵਾਂ ਆਉਂਦੀਆਂ, ਇਹ ਕਈ ਸਪੌਟ ਆਉਂਦੇ ਜਿੱਥੇ ਤੁਸੀਂ ਗੱਡੀ ਜੇ ਲਾ ਦਿਓ ਸਾਈਡ 'ਤੇ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ, ਸੜਕ ਚੱਲ ਰਹੀ ਹੁੰਦੀ ਹੈ, ਤੁਸੀਂ ਇੰਜੋਏ ਕਰੋ, ਕਿਉਂਕਿ ਉਹ ਵੀ ਹਿਮਾਚਲ ਦਾ ਹੀ ਹਿੱਸਾ ਹੈ। ਇਹ ਤਾਂ ਹੈ ਨਹੀਂ ਕਿ ਮੇਨ ਸੜਕ 'ਤੇ ਹੀ ਜੇ ਇੰਜੋਏ ਕਰੋਗੇ ਲੋਕੀ ਤੁਹਾਨੂੰ ਦੇਖਣਗੇ ਤੇ ਉਹੀ ਇੰਜੋਏ ਹੋਏਗਾ। ਤੇ ਇਸ ਕਰਕੇ ਅਸੀਂ ਇਹੀ ਕਹਾਂਗੇ ਕਿ ਅਜਿਹੀ ਘਟਨਾ ਜਿਹੜੀ ਨਾ ਹੋਵੇ ਜਿਹਦੇ ਨਾਲ ਆਪਾਂ ਬਦਨਾਮ ਹੋਈਏ, ਪੰਜਾਬ ਨੂੰ ਬਦਨਾਮ ਕੀਤਾ ਜਾਵੇ। ਤੇ ਇਸ ਕਰਕੇ ਅੱਗੇ ਤੋਂ ਅਸੀਂ ਅਪੀਲ ਕਰਦੇ ਹਾਂ ਕਿ ਅਜਿਹੀ ਕੋਈ ਘਟਨਾ ਨਾ ਹੋਵੇ। ਅਜਿਹੇ ਕੁਝ ਹੋਰ ਮੁੱਦਿਆਂ ਨੂੰ ਲੈ ਕੇ ਅਸੀਂ ਅੱਜ ਦਾ ਮੁੱਦਾ ਪ੍ਰੋਗਰਾਮ ਲੈ ਕੇ ਫੇਰ ਹਾਜ਼ਰ ਹੋਵਾਂਗੇ। ਹੁਣ ਇਜਾਜ਼ਤ ਦਿਓ, ਧੰਨਵਾਦ।